ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਤਾਂ ਕਾਂਗਰਸ ਦੇ ਵਿੱਚ ਜਿਹੜੀ ਟੁੱਟ ਭੱਜ ਨਜ਼ਰ ਆ ਰਹੀ ਹੈ, ਉਹਦੇ ਵਿਚਾਲੇ ਸੁਨੀਲ ਜਾਖੜ ਹੋਣਾ ਦਾ ਇਹ ਬਿਆਨ ਸਾਹਮਣੇ ਆਉਣਾ ਕਿ ਅਸੀਂ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਨਾਲ ਨਹੀਂ, ਸਾਰੀ ਪਾਰਟੀ ਇਕਜੁੱਟ ਹੋ ਕੇ ਰਾਹੁਲ ਗਾਂਧੀ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਵਿੱਚ ਚੋਣ ਮੈਦਾਨ 'ਚ ਉਤਰੇਗੀ। ਪਰ ਨਵਜੋਤ ਸਿੱਧੂ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਸੀਐਮ ਫੇਸ ਨੂੰ ਐਲਾਨ ਦੇਣਾ ਚਾਹੀਦਾ ਆ, ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਕਿਸ ਉਮੀਦਵਾਰ ਜਾਂ ਪਹਿਲਾਂ ਕਹਿ ਲਓ ਕਿ ਕਿਸ ਮੁੱਖ ਮੰਤਰੀ ਦੇ ਉਮੀਦਵਾਰ ਦੇ ਤਹਿਤ ਜਿਹੜੀਆਂ ਉਹ ਵੋਟਾਂ ਅੱਗੇ ਪੈਣ, ਜਿਹੜਾ ਇਮਾਨਦਾਰ ਹੋਵੇ, ਜਿੱਤੇ ਯਕੀਨ ਹੋਵੇ, ਇਹੋ ਜਿਹਾ ਕੋਈ ਚਿਹਰਾ ਅੱਗੇ ਆਉਣਾ ਚਾਹੀਦਾ ਆ। ਤਾਂ ਇਸ਼ਾਰੇ ਸਿੱਧੇ ਸਿੱਧੇ ਨਵਜੋਤ ਸਿੱਧੂ ਵੱਲ ਹੀ ਹੋ ਜਾਂਦੇ ਨੇ ਕਿ ਕਾਂਗਰਸ ਦੇ ਵਿੱਚੋਂ ਜਿਵੇਂ ਕਿਹਾ ਜਾਂਦਾ ਹੈ ਕਿ ਉਹ ਮੁੱਖ ਮੰਤਰੀ ਬਣਨ ਦੇ ਲਈ ਕਾਹਲੇ ਨੇ। ਚਰਚਾਵਾਂ ਲਗਾਤਾਰ ਚੱਲਦੀਆਂ, ਵਿਰੋਧੀ ਸਵਾਲ ਚੁੱਕਦੇ ਰਹਿੰਦੇ ਨੇ। ਪਰ ਕਾਂਗਰਸ ਦੀ ਸਟ੍ਰੈਟਜੀ ਕੀ ਆ? ਜਦੋਂ ਇੱਕ ਪਾਸੇ ਬੀਜੇਪੀ ਉਹਨਾਂ ਦੇ ਵਿਹੜੇ ਦੇ ਵਿੱਚ ਝਾੜੂ ਫੇਰਦੀ ਆ, ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿੰਦੇ ਕਿ ਸਾਡੇ ਨਾਲੋਂ ਬਿਹਤਰ ਝਾੜੂ ਜਿਹੜਾ ਉਹ ਸਿਆਸਤ ਦੇ ਵਿੱਚ ਕੋਈ ਨਹੀਂ ਫੇਰ ਸਕਦਾ। ਇਹੋ ਜਿਹੀਆਂ ਚਰਚਾਵਾਂ ਤੇ ਇਹਦੇ ਵਿਚਾਲੇ ਅੱਜ ਇੱਕ ਦਿਨ ਇਸ ਕਰਕੇ ਵੀ ਖਾਸ ਰਹਿਣ ਵਾਲਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹ ਉੱਥੇ ਲੱਗੀ ਹੋਈ ਆ ਹਾਈ ਕੋਰਟ ਦੇ ਵਿੱਚ, ਤੇ ਉਹਦੇ ਤੇ ਸੁਣਵਾਈ ਹੋਣੀ ਹੈ। ਕੱਲ ਵੀ ਹੋਈ ਸੀ, ਪਰ ਉਹ ਅੱਜ ਦੇ ਦਿਨ ਦੀ ਜਿਹੜੀ ਉਹ ਤਰੀਕ ਪਾ ਦਿੱਤੀ ਗਈ ਤੇ ਅੱਜ ਉਹਦੇ ਉੱਤੇ ਸੁਣਵਾਈ ਹੋਣੀ ਹੈ। ਕੀ ਫੈਸਲਾ ਆਉਣਾ ਹੈ? ਜਦੋਂ ਇਹ ਸਵਾਲ ਲਗਾਤਾਰ ਉੱਠਦੇ ਸੀ ਕਿ ਸੁਮੇਧ ਸੈਣੀ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ, ਉਦੋਂ ਜਦੋਂ ਕੈਪਟਨ ਸਾਹਿਬ ਕੁਰਸੀ ਤੇ ਬਿਰਾਜਮਾਨ ਸੀਗੇ, ਤੇ ਅੱਜ ਇਹਨਾਂ ਤੇ ਸਵਾਲ ਉੱਠਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸਰਕਾਰ, ਗ੍ਰਹਿ ਮੰਤਰਾਲਾ, ਪੁਲਿਸ ਤੰਤਰ ਕੀ ਕਰ ਰਿਹਾ, ਕਿੱਥੋਂ ਤੱਕ ਪਹੁੰਚ ਹੋਈ ਆ, ਕਿੰਨੇ ਦਿਨ ਹੋ ਗਏ FIR ਰਜਿਸਟਰਡ ਹੋਏ ਨੂੰ, ਤੇ ਕੀ ਇਹਦੇ ਨਾਲ ਨਸ਼ਾ ਮੁੱਕਿਆ? ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ। ਤਖਤ ਪੰਜਾਬ ਦੇਖਣ ਵਾਲੇ, ਸੁਣਨ ਵਾਲਿਆਂ ਨੂੰ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਸਮਦ ਸਾਹਿਬ, ਸਵਾਗਤ ਤੁਹਾਡਾ। ਮੈਂ ਸਭ ਤੋਂ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਨ ਲੱਗਿਆ ਕਿ ਬੀਜੇਪੀ ਹੁੰਜਾ ਫੇਰ ਰਹੀ ਹੈ ਪੰਜਾਬ ਦੇ ਵਿੱਚ, ਆਪਣੀਆਂ ਜਿਹੜੀਆਂ ਸੀਟਾਂ ਕਹਿ ਲਓ ਜਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਇੱਕ ਚਰਚਾਵਾਂ ਕਿ ਕਾਂਗਰਸ ਦੇ ਵਿੱਚੋਂ ਵੀ ਲੈ ਲੈਣੇ ਨੇ, ਹੋਰ ਬਾਕੀ ਪਾਰਟੀਆਂ ਦੇ ਵਿੱਚ ਵੀ ਇਸ ਢੰਗ ਦੇ ਨਾਲ ਉਹ ਅੱਗੇ ਵੱਧ ਰਹੇ ਨੇ। ਉਹਨਾਂ ਦਾ ਮਿਸ਼ਨ ਉਹ ਉਹਨਾਂ ਦੇ ਵੱਲੋਂ ਇੱਕ ਕਾਮਯਾਬ ਮਿਸ਼ਨ ਗਰਦਾਨਿਆ ਜਾ ਰਿਹਾ। ਇੱਕ ਨਾ ਆਪਣੇ ਪਹਿਲਾਂ, ਹੁਣ ਤਾਂ ਬਹੁਤ ਘੱਟ ਰਹਿ ਗਿਆ, ਪਹਿਲਾਂ ਚੁੱਲ੍ਹਿਆਂ ਦੇ ਵਿੱਚ ਬਾਲਦੇ ਹੁੰਦੇ ਸੀ, ਅੱਗ ਕੋਲਿਆਂ ਦੀ ਬਾਲਦੇ ਹੁੰਦੇ ਸੀ। ਤੇ ਉਹ ਕੋਲੇ ਪਹਿਲਾਂ ਤਾਂ ਲੱਕੜਾਂ ਨੂੰ ਬਾਲਿਆ ਜਾਂਦਾ ਸੀ, ਉਹਦਾ ਕੋਲਾ ਬਣਦਾ ਸੀ। ਫਿਰ ਕੋਲੇ ਹੀ ਬਣਦੇ ਸੀ, ਉਹਨਾਂ ਨੂੰ ਫੇਰ ਛੱਡ ਦਿੰਦੇ ਸੀ। ਉਹ ਜਿਹੜੇ ਬਚੇ ਹੋਏ ਵੀ ਰਾਖ ਦੇ ਬਣਦੇ, ਉਹਨਾਂ ਨੂੰ ਵੀ ਕੋਲਾ ਹੀ ਕਿਹਾ ਜਾਂਦਾ ਹੁੰਦਾ। ਪਰ ਉਹ ਵਿਚਾਰੇ ਅੱਗ ਨਹੀਂ ਰਹਿ ਜਾਂਦੀ ਉਹਨਾਂ ਵਿੱਚ। ਸੋ ਦਲਾਲੀ ਕੋਲਿਆਂ ਦੀ ਹੋ ਰਹੀ ਆ, ਪਰ ਇਹ ਉਹ ਵਾਲੇ ਕੋਲਿਆਂ ਨੂੰ ਬੀਜੇਪੀ ਚੱਕ ਰਹੀ ਹੈ ਜਿਨ੍ਹਾਂ ਵਿੱਚ ਅੱਗ ਨਹੀਂ ਰਹਿ ਚੁੱਕੀ। ਸੋ ਮੈਂ ਕਹਿੰਦਾ ਕਿ ਬੀਜੇਪੀ ਕੀ ਦਰਸਾਉਣਾ ਚਾਹ ਰਹੀ ਆ ਕਿ ਅਸੀਂ ਜਿਹੜੇ ਜਿਹੜੇ ਬੰਦੇ ਚੱਕ ਰਹੇ ਆ ਉਹ ਪੰਜਾਬ ਦੇ ਵਿੱਚ ਹਨੇਰੀ ਲਿਆ ਦੇਣਗੇ। ਦੇਖੋ, ਮੱਧ ਪ੍ਰਦੇਸ਼ ਦਾ ਜੇ ਆਪਾਂ ਸੈਂਪਲ ਲੈਨੇ ਆ, ਜਿੱਥੇ ਪੈਟਰਨ ਦੇ ਉੱਪਰ ਇਹਨਾਂ ਨੇ ਕੀਤਾ ਸੀ ਸਰਕਾਰ, ਉੱਥੇ ਕਾਂਗਰਸ ਦੀ ਸਰਕਾਰ ਬਣੀ ਸੀ। ਮੁੜ ਕੇ ਇਹਨਾਂ ਨੇ ਸਿੰਧੀਆ ਨੂੰ ਆਪਣੇ ਹੱਕ ਵਿੱਚ ਕੀਤਾ। ਕੀ ਲਾਲਚ ਦਿੱਤੇ, ਕੀ ਧਮਕੀਆਂ ਦਿੱਤੀਆਂ, ਕੀ ਫਰੇਬ ਕੀਤੇ, ਕੀ ਕਰਵਾਏ, ਉਹ ਬੀਜੇਪੀ ਵਾਲੇ ਜਾਣਦੇ ਨੇ। ਪਰ ਮੁੱਕਦੀ ਗੱਲ ਇਹ ਆ ਕਿ ਸਿੰਧੀਆ ਨੂੰ ਨਾਲ ਲੈ ਕੇ ਉਹਦੇ ਨਾਲ ਬਣਦੇ ਜਿੰਨੇ ਵੀ ਕਾਂਗਰਸ ਦੇ ਨੇਤਾ ਸੀ, ਉਹ ਤੋੜ ਕੇ ਡਿਫੈਕਸ਼ਨ ਲਾਅ ਨਹੀਂ ਲੱਗਿਆ ਉਹਨਾਂ ਤੇ, ਐਂਟੀ ਡਿਫੈਕਸ਼ਨ ਲਾਅ ਨਹੀਂ ਲੱਗਿਆ, ਸਰਕਾਰ ਤੋੜੀ ਗਈ ਕਮਲਨਾਥ ਦੀ। ਉਸ ਤੋਂ ਬਾਅਦ ਦੁਬਾਰੇ ਚੋਣਾਂ ਹੋਈਆਂ, ਦੁਬਾਰਾ ਮੁੱਖ ਮੰਤਰੀ ਬਣ ਰਹੇ ਨੇ, ਦੁਬਾਰਾ ਮੁੱਖ ਮੰਤਰੀ ਬੀਜੇਪੀ ਦੇ ਬਣ ਰਹੇ ਨੇ। ਤੇ ਸਿੰਧੀਆ ਸਾਹਿਬ ਉਹ ਇੱਕ ਅਲੱਗ ਪੈਟਰਨ ਸੀ। ਜਿਹੜਾ ਦੂਸਰਾ ਪੈਟਰਨ ਹੈਗਾ ਬੀਜੇਪੀ ਦਾ, ਉਹ ਪੈਟਰਨ ਹੈਗਾ ਪੱਛਮੀ ਬੰਗਾਲ ਦਾ, ਜਿਹਦੇ ਵਿੱਚ ਨਰਿੰਦਰ ਮੋਦੀ ਸਾਹਿਬ ਬੰਗਲਾਦੇਸ਼ ਵਿੱਚ ਵੀ ਹੋ ਕੇ ਆਉਂਦੇ ਨੇ। ਕੀ ਅਸੀਂ ਇਹ ਮੰਨ ਲਈਏ ਕਿ ਜੇ ਪੰਜਾਬ ਦੀਆਂ ਚੋਣਾਂ ਆ ਗਈਆਂ ਤਾਂ ਕੀ ਨਰਿੰਦਰ ਮੋਦੀ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਵੀ ਕਿਹੜਾ ਮਾਰ ਕੇ ਆਉਣਗੇ? ਕੀ ਨਰਿੰਦਰ ਮੋਦੀ ਸਾਹਿਬ ਪਾਕਿਸਤਾਨ ਦੇ ਨੇਤਾਵਾਂ ਨਾਲ ਗੱਲ ਕਰ ਸਕਦੇ ਨੇ? ਜਾਂ ਕੁਝ ਹੋਰ ਨਾ ਹੋਇਆ ਤਾਂ ਕੀ ਕਰਤਾਰਪੁਰ ਸਾਹਿਬ ਨਤਮਸਤਕ ਹੋ ਸਕਦੇ ਨੇ ਜਾ ਕੇ? ਮਤਲਬ ਹਾਲਾਤ ਇਹ ਨੇ ਕਿ ਨਰਿੰਦਰ ਮੋਦੀ ਸਾਹਿਬ ਆਪਣੀਆਂ ਸੀਟਾਂ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੇ ਨੇ। ਜ਼ੋਰ ਅਜ਼ਮਾਇਸ਼ ਪੂਰੀ ਲੱਗੀ ਆ। ਰਾਣਾ ਸੋਢੀ ਭਾਜਪਾ ਦੇ ਵਿੱਚ ਚਲੇ ਗਏ ਨੇ, ਸਿਰਸਾ ਭਾਜਪਾ ਦੇ ਵਿੱਚ ਚਲੇ ਗਏ ਨੇ। ਉਸ ਤੋਂ ਇਲਾਵਾ ਅੱਜ ਹੋਰ ਬੰਦੇ ਗਏ ਨੇ, ਕੱਲ ਪ੍ਰਤਾਪ ਬਾਜਵਾ ਦੇ ਬ੍ਰਦਰ ਗਏ ਨੇ, ਲਾਡੀ ਗਏ ਨੇ, ਅੱਜ ਵੀ ਇੱਕ ਦੋ ਬੰਦੇ ਗਏ ਹੈਗੇ ਨੇ, ਬਟ ਇੰਨੇ ਪ੍ਰੋਮੀਨੈਂਟ ਨਹੀਂ ਕਿ ਉਹਨਾਂ ਦੇ ਅਸੀਂ ਨਾਮ ਗਿਣ ਸਕੀਏ, ਜਾਂ ਮੈਂ ਜੇ ਨਾਮ ਲੈ ਵੀ ਦਊਂਗਾ ਤਾਂ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿਹੜੇ ਨੇਤਾ ਗਏ ਨੇ। ਪਰ ਸਿਲਸਿਲਾ ਜਾਰੀ ਹੈ। ਉਧਰ ਥਾਈ ਦੇ ਵਿੱਚ ਬਰਾਤ ਦਾ ਸਵਾਗਤ ਹੋ ਰਿਹਾ, ਜਲੇਬੀਆਂ ਬਣ ਰਹੀਆਂ ਨੇ, ਲੱਡੂ ਪੱਕ ਰਹੇ ਨੇ, ਚਾਹ ਦੇ ਕੜਾਹੇ ਰੱਖੇ ਹੋਏ ਨੇ। ਸਾਡੇ ਕਾਂਗਰਸੀ ਆਗੂ, ਅਕਾਲੀ ਆਗੂ
ਮਤਲਬ ਪੱਟਾਂ ਨੂੰ ਥਾਪੀਆਂ ਮਾਰਦੇ ਭਾਜਪਾ ਦੇ ਖਾੜੇ ਵਿੱਚ ਵੜ ਰਹੇ ਨੇ। ਪਰ ਇਹ ਉਹ ਆਗੂ ਨੇ, ਉਹ ਜਿਹੜਾ ਪੰਜਾਬੀ ਚ ਕਹਾਵਤ ਹੈ ਨਾ ਕਿ ਜਿਹੜੇ ਰੌਂਦ ਚੱਲ ਹਟੇ ਨੇ, ਹੁਣ ਖਾਲੀ ਖੋਲ ਬਚੇ ਨੇ, ਉਹਨਾਂ ਨੂੰ ਚੱਕ ਚੱਕ ਕੇ ਭਾਜਪਾ ਲਿਜਾ ਰਹੀ ਆ। ਤੇ ਉਹਨਾਂ ਦਾ ਖੋਲਾਂ ਨੂੰ ਨਾ ਉਹ ਬੁਲਟ ਦੇ ਮੋਟਰਸਾਈਕਲ ਦੇ ਚਾਬੀ ਦੀ ਪਾਉਣ ਲਈ ਛੱਲਿਆਂ ਦੇ ਤੌਰ ਤੇ ਤਾਂ ਵਰਤ ਸਕਦੇ ਆ, ਪਰ ਉਹ ਬੰਦੂਕ ਚ ਪਾ ਕੇ ਚੱਲਣੇ ਨਹੀਂ ਹੈ। ਕਿ ਸੁਖਵਿੰਦਰ ਜੀ, ਮੈਂ ਕੋਈ ਕਿਸੇ ਦੇ ਲਈ ਮਾੜੀ ਗੱਲ ਨਹੀਂ ਕਹਿ ਰਿਹਾ, ਪਰ ਜੋ ਭਾਜਪਾ ਦਾ ਪੈਟਰਨ ਹੈਗਾ, ਇੱਕ ਡੀਫੇਸ ਕਰਨਾ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ, ਡੀਫੇਸ ਕਰਨਾ ਕਿ ਅਸੀਂ ਤੁਹਾਡੇ ਵੱਡੇ ਨੇਤਾ ਲੈ ਲਏ ਨੇ। ਪਰ ਪੰਜਾਬੀਆਂ ਨੂੰ ਪਤਾ ਹੈਗਾ ਕਿ ਭਾਜਪਾ ਉਹੀ ਪਾਰਟੀ ਆ ਜਿਸਨੇ ਕਿਸਾਨਾਂ ਦੇ ਖਿਲਾਫ 3 ਮਾਰੂ ਐਕਟ ਪੇਸ਼ ਕੀਤੇ ਸੀ, ਔਰ ਜਿਸ ਦੇ ਨੇਤਾਵਾਂ ਨੂੰ ਘਰੋਂ ਬਾਹਰ ਨਿਕਲਣਾ ਪੂਰੇ 1.5 ਸਾਲ ਲਈ ਔਖਾ ਹੋਇਆ ਪਿਆ ਸੀ। ਇੱਥੋਂ ਤੱਕ ਕਿ ਉਹ ਫਾਜ਼ਿਲਕਾ ਅਬੋਹਰ ਵਾਲੇ ਦੇ ਕੱਪੜੇ ਵੀ ਪਾੜ ਦਿੱਤੇ ਗਏ ਸੀ ਨੇਤਾ ਜੀ ਦੇ, ਐਮਐਲਏ ਸਾਹਿਬ ਦੇ। ਉਹ ਵੀ ਦਿਨ ਯਾਦ ਰੱਖੋ। ਤੇ ਹੁਣ ਦੁਬਾਰਾ ਭਾਜਪਾ ਆਪਣੇ ਨੇਤਾਵਾਂ ਨੂੰ ਲੈ ਕੇ ਪੰਜਾਬ ਦੀਆਂ ਬਰੂਹਾਂ ਦੇ ਵਿੱਚ, ਪੰਜਾਬ ਦੇ ਘਰਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਕਸਬਿਆਂ ਦੇ ਵਿੱਚ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੜੇਗੀ। ਤੇ ਕਿਹੜੇ ਮੂੰਹ ਨਾਲ ਵੜੇਗੀ? ਕੀ ਲੱਗਦਾ ਉਹਨਾਂ ਨੂੰ ਕਿ ਅਮਰਿੰਦਰ ਸਿੰਘ ਦੇ ਨਾਲ ਵੜ ਜਾਏਗੀ? ਅਮਰਿੰਦਰ ਸਿੰਘ ਕੀ ਕਹਿ ਕੇ ਵੜੇਗਾ ਕਿ ਮੇਰੀ ਪ੍ਰਾਪਤੀ ਕੀ ਹੈ? ਅਮਰਿੰਦਰ ਸਿੰਘ ਨੂੰ ਅੱਜ ਭਗਵੰਤ ਮਾਨ ਪੁੱਛ ਰਿਹਾ ਕਿ ਆਪਣੀ ਇੱਕ ਪ੍ਰਾਪਤੀ ਤਾਂ ਗਿਣਾ ਦਿਓ। ਚਲੋ ਆਪਾਂ ਵੀ ਪੁੱਛ ਲੈਂਦੇ ਆ ਤਖਤ ਪੰਜਾਬ ਤੋਂ ਕਿ ਕੈਪਟਨ ਸਾਹਿਬ ਆਪਣੀ ਇੱਕ ਪ੍ਰਾਪਤੀ ਤਾਂ ਗਿਣਾ ਦਿਓ ਕਿ ਤੁਸੀਂ ਪੰਜਾਬ ਲਈ ਕੀ ਕੀਤਾ। ਤੁਹਾਡੀ ਪ੍ਰਾਪਤੀ ਜਿਹੜੀ ਸੀਗੀ ਉਹੀ ਸੀ ਕਿ ਤੁਸੀਂ ਦਮਦਮਾ ਸਾਹਿਬ ਵੱਲ ਆਪਣਾ ਮੂੰਹ ਕਰਕੇ ਤੇ ਪੈਰ ਨੰਗੇ ਕਰਕੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਦੀ ਸੀ ਕਿ ਮੈਂ ਹਫ਼ਤੇ ਵਿੱਚ 15 ਦਿਨਾਂ ਵਿੱਚ ਨਸ਼ੇ ਬੰਦ ਕਰ ਦੂੰਗਾ, ਗੈਂਗਸਟਰ ਬੰਦ ਕਰ ਦੂੰਗਾ, ਕਿਸਾਨਾਂ ਦੇ ਕਰਜ਼ੇ ਮਾਫ ਕਰ ਦੂੰਗਾ। ਪਹਿਲਾਂ ਤੁਸੀਂ ਸਵਾਲ ਕਰੋ ਕਿ ਸਮਝ ਸਾਹਿਬ, ਮੈਂ ਇੱਥੇ ਕਹਿਣ ਲੱਗਿਆ ਸੀ ਕਿ ਇਹ ਵੀਡੀਓ ਥੋੜੇ ਦਿਨ ਪਹਿਲਾਂ ਵੀ ਕੈਪਟਨ ਸਾਹਿਬ ਨੇ ਉਹੀ ਵੀਡੀਓ ਜਾਰੀ ਕੀਤੀ ਜੀ, ਚੋਂ ਗੁਟਕਾ ਸਾਹਿਬ ਫੜਿਆ ਸੀ। ਉਹ ਕਹਿੰਦੇ ਕਿ ਮੈਂ ਗੱਲ ਕੀਤੀ ਸੀ ਕਿ ਅਸੀਂ ਨਸ਼ਿਆਂ ਦਾ ਲੱਕ ਤੋੜ ਦੇਣਾ। ਵੱਡੇ ਕਹਿੰਦੇ ਜਿਹੜੇ ਸਮਗਲਰ ਸੀਗੇ ਉਹ ਬਾਹਰਲੇ ਮੁਲਕਾਂ ਵਿੱਚ ਫੜੇ, ਇੱਥੇ ਪੰਜਾਬ ਦੇ ਵਿੱਚ ਫੜੇ, ਜਿਹੜੇ ਪੰਜਾਬ ਦੇ ਨਸ਼ਾ ਸਪਲਾਈ ਕਰਦੇ ਸੀ ਉਹ ਵੀ ਫੜ ਲਏ। ਮਤਲਬ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਗਿਣਾਇਆ ਕਿ ਅਸੀਂ ਜਿਹੜੇ ਨੇ ਆਪਣੀ ਸਰਕਾਰ ਦੇ ਵੇਲੇ, ਜਦੋਂ ਮੈਂ 4.5 ਸਾਲ ਦਾ ਸੱਤਾ ਹੰਢਾਈ ਆ, ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ, ਗੈਂਗਸਟਰਾਂ ਨੂੰ, ਉਹਨਾਂ ਵੱਡੇ ਨਸ਼ੇ ਦੇ ਕਾਰੋਬਾਰੀਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਆ, ਤੇ ਬਹੁਤਿਆਂ ਨੂੰ ਜਿਹੜਾ ਆ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਇਲਾਜ ਕਰਵਾਇਆ। ਮਤਲਬ ਉਹ ਆਪਣੀਆਂ ਪ੍ਰਾਪਤੀਆਂ ਦੱਸਦੇ। ਉਹ ਕਹਿੰਦੇ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਅਸੀਂ ਕੀਤੀ ਸੀ, ਵਾਰ-ਵਾਰ ਉਸੇ ਗੱਲ ਤੇ ਕਿ ਲੱਕ ਤੋੜਿਆ ਗਿਆ। ਉਹ ਲੱਕ ਤੋੜਨ ਦੀ ਗੱਲ ਆਪਾਂ ਕੈਪਟਨ ਸਾਹਿਬ ਦੀ ਲੈ ਲੈਂਦੇ ਆ। ਮੈਨੂੰ ਦੱਸੋ ਵੀ ਜੇਲ੍ਹਾਂ ਵਿੱਚ ਡੱਕਣਾ ਕਿਹੜੇ ਪਾਸੇ ਇਨਸਾਫ ਹੋਇਆ? ਇਨਸਾਫ ਤਾਂ ਹੁੰਦੀ ਕਿ ਉਹਨਾਂ ਨੂੰ ਸਜ਼ਾਵਾਂ ਹੋਈਆਂ। ਦੱਸੋ ਮੈਨੂੰ ਕਿਹੜੇ ਨਸ਼ਾ ਸੌਦਾਗਰ ਨੂੰ ਸਜ਼ਾ ਦਿੱਤੀ ਆ? ਔਰ ਉਸ ਬੰਦੇ ਨੇ ਜਿਹੜਾ ਕਹਿ ਰਿਹਾ ਕਿ ਮੈਂ ਲੱਕ ਤੋੜਨਾ, ਆਪਣਾ 9 ਸਫ਼ਿਆਂ ਦਾ ਅਸਤੀਫਾ ਲਿਖ ਰਹੇ ਨੇ। ਅਸਤੀਫੇ ਦੇ ਵਿੱਚ ਲਿਖ ਰਹੇ ਨੇ ਕਿ ਮੇਰੀ ਵਜ਼ਾਰਤ ਦੇ ਵਿੱਚ ਮਾਫੀਆ ਬੈਠੇ ਨੇ, ਮੇਰੀ ਵਜ਼ਾਰਤ ਦੇ ਵਿੱਚ ਮਾਫੀਆ ਬੈਠੇ ਨੇ, ਮੈਂ ਚਾਹੁੰਦੇ ਹੋਏ ਵੀ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਿਆ। ਇਹ ਤਾਂ ਕ੍ਰਿਮੀਨਲ ਆਫੈਂਸ ਆਪ ਬਣੀ ਜਾਂਦੇ ਨੇ। ਮੇਰੇ ਹਿਸਾਬ ਨਾਲ ਹੁਣ 1-2 ਵਕੀਲਾਂ ਨੇ ਹਾਈ ਕੋਰਟ ਵਿੱਚ ਚਾਰਾਜੋਈ ਵੀ ਕੀਤੀ ਹੈ ਕਿ ਇਸ ਅਸਤੀਫੇ ਦੇ ਉੱਤੇ ਕਿਉਂ ਨਾ ਕੈਪਟਨ ਸਾਹਿਬ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਔਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਦੱਸੋ ਕਿਹੜੇ ਮਾਫੀਆ ਤੁਹਾਡੇ ਨਾਲ ਬੈਠੇ ਨੇ ਔਰ ਉਹਨਾਂ ਨੂੰ ਕਿਉਂ ਨਹੀਂ ਸਜ਼ਾਵਾਂ ਦਿੱਤੀਆਂ? ਤੁਸੀਂ ਛੋਟੇ ਛੋਟੇ ਜਿਹੜੇ ਲੋਕ ਨਸ਼ਾ ਖਾਂਦੇ ਸੀ ਉਹਨਾਂ ਨੂੰ ਚੱਕ ਕੇ ਨਸ਼ਾ ਸਮਗਲਰ ਬਣਾ ਕੇ ਤੁਸੀਂ ਜੇਲ੍ਹਾਂ ਵਿੱਚ ਡੱਕ ਦਿੱਤਾ, ਔਰ ਤੁਸੀਂ ਆਪਣੇ ਅਸਤੀਫੇ ਵਿੱਚ ਲਿਖ ਰਹੇ ਹੋ ਕਿ ਮਾਫੀਆ ਤੇ ਮੇਰੀ ਵਜ਼ਾਰਤ ਵਿੱਚ ਨੇ, ਚਾਹੇ ਉਹ ਨਸ਼ੇ ਵਾਲੇ ਨੇ, ਚਾਹੇ ਰੇਤ ਮਾਫੀਆ ਵਾਲੇ ਨੇ, ਚਾਹੇ ਜਿਹੜੇ ਮਰਜ਼ੀ ਨੇ। ਕਦੋਂ ਮਤਲਬ ਆਪਣੀ ਕਹਿਣੀ ਤੇ ਕਥਨੀ ਦੇ ਤਾਂ ਘੱਟੋ ਘੱਟ ਇੱਕ ਹੋ ਜਾਂਦੇ। ਉਹ ਗੱਲ ਕਹਿਣ ਤੋਂ ਪਹਿਲਾਂ ਇਹ ਤਾਂ ਯਾਦ ਕਰ ਲੈਂਦੇ ਵੀ ਕਿਹੜੇ ਨਸ਼ੇ ਵਿੱਚ ਬੈਠ ਕੇ ਇਹਨਾਂ ਨੇ ਅਸਤੀਫਾ ਲਿਖਿਆ ਸੀ। ਇਹਨਾਂ ਨੂੰ ਇਹ ਨਹੀਂ ਯਾਦ ਮੈਂ ਅਸਤੀਫੇ ਵਿੱਚ ਲਿਖ ਕੇ ਕੀ ਦੇ ਕੇ ਆਇਆ। ਐਡਾ ਲੰਬਾ ਚੌੜਾ ਅਸਤੀਫਾ ਦਿੱਤਾ ਸੀ ਸੁਖਵਿੰਦਰ ਜੀ ਇਹਨਾਂ ਨੇ। ਬਿਲਕੁਲ ਬਿਲਕੁਲ ਸਮਝ ਸਾਹਿਬ, ਇੱਥੇ ਸ਼ੰਕੇ ਬੜੇ ਖੜੇ ਹੁੰਦੇ ਨੇ ਕਿ ਕੈਪਟਨ ਸਾਹਿਬ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਫਲੈਕਸਾਂ ਲਾ ਰਹੇ ਨੇ, ਉਹਦੇ ਵਿੱਚ ਲਿਖਿਆ ਜਾ ਰਿਹਾ ਕਿ ਅਸੀਂ ਫੇਰ ਸਰਕਾਰ ਬਣਾਵਾਂਗੇ, ਇੱਕ ਵਾਰ ਫੇਰ ਆਵਾਂਗੇ। ਇਸ ਤਰ੍ਹਾਂ ਦੀਆਂ ਕਿ ਅਸੀਂ ਫੇਰ ਬਦਲ ਲਿਆਵਾਂਗੇ, ਅਸੀਂ ਲੋਕਾਂ ਨੂੰ ਆਹ ਦੇਾਂਗੇ। ਜਿਵੇਂ ਭਗਵੰਤ ਮਾਨ ਨੇ ਪੁੱਛ ਲਿਆ ਕਿ ਕੋਈ ਇੱਕ ਪ੍ਰਾਪਤੀ ਕੈਪਟਨ ਸਾਹਿਬ ਦੱਸ ਦੇਣ ਕਿ ਉਹਨਾਂ ਨੂੰ ਲੋਕ ਕਿਉਂ ਵੋਟ ਪਾਉਣ, ਇਸ ਸਵਾਲ ਦਾ ਜਵਾਬ ਦੇ ਦੇਣ। ਦੂਜੇ ਬੰਨੇ ਨਾਲੋਂ ਨਾਲ ਆਪਾਂ ਜਿਹੜੀਆਂ ਤਸਵੀਰਾਂ ਦੇਖ ਰਹੇ ਹਾਂ ਕਿ ਬਹੁਤੇ ਜਿਹੜੇ ਵੱਡੇ ਦਿੱਗਜ ਚਿਹਰੇ ਨੇ ਉਹ ਕੋਈ ਵੀ ਕੈਪਟਨ ਸਾਹਿਬ ਦੀ ਪੰਜਾਬ ਲੋਕ ਕਾਂਗਰਸ ਵਿੱਚ ਨਜ਼ਰ ਨਹੀਂ ਆ ਰਿਹਾ। ਉਸ ਪਾਰਟੀ ਦੇ ਵਿੱਚ ਉਹ ਸਾਰੇ ਦੇ ਸਾਰੇ ਬੀਜੇਪੀ ਦੇ ਬੇੜੇ ਸਵਾਰ ਹੋ ਰਹੇ ਨੇ, ਭਾਵੇਂ ਕੈਪਟਨ ਸਾਹਿਬ ਦੇ ਨਜ਼ਦੀਕੀ ਨੇ, ਭਾਵੇਂ ਹੋਰ। ਪਰ ਉਹ ਜਾਂਦੇ ਹੀ ਇਹ ਗੱਲ ਕਹਿ ਦਿੰਦੇ ਨੇ ਕਿ ਅਸੀਂ ਕੈਪਟਨ ਸਾਹਿਬ ਦੇ ਕਰਕੇ ਨਹੀਂ ਆਏ, ਨਾ ਹੀ ਸਾਨੂੰ ਕੈਪਟਨ ਸਾਹਿਬ ਨੇ ਕਿਹਾ, ਨਾ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ, ਅਸੀਂ ਸਿਰਫ ਬੀਜੇਪੀ ਦੀ ਗੱਲ ਕਰ ਰਹੇ ਹਾਂ। ਮਤਲਬ ਕੀ ਮੰਨੀਏ ਕਿ ਕੈਪਟਨ ਸਾਹਿਬ ਜਾਣਾ ਤਾਂ ਚਾਹੁੰਦੇ ਸੀ ਬੀਜੇਪੀ ਦੇ ਵਿੱਚ, ਪਰ ਇੱਕ ਸਮਝ ਲਈਏ ਕਿ ਨਮੋਸ਼ੀ ਦੇ ਡਰੋਂ ਕਿ ਆਪਣਾ ਹੀ ਦਲ ਬਣਾ ਕੇ ਉਧਰ ਰੁਕ ਗਏ ਤੇ ਬਾਕੀਆਂ ਨੂੰ ਆਪਣਿਆਂ ਨੂੰ ਉਧਰ ਫਿੱਟ ਕਰਤਾ, ਭਾਵੇਂ ਉਹ ਮੰਨਣ ਨਾ। ਦੇਖੋ ਇਹੀ ਚੀਜ਼ ਸੁਖਦੇਵ ਸਿੰਘ ਢੀਂਡਸਾ ਦੇ ਉੱਪਰ ਵੀ ਲਾਗੂ ਹੁੰਦੀ ਹੈ, ਸੇਮ ਚੀਜ਼ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਲਾਗੂ ਹੁੰਦੀ ਆ ਕਿ ਉਹ ਭਾਜਪਾ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ।
ਜੇ ਛੋਟੇ ਬਾਜਵਾ ਜਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਮੋਦੀ ਸਾਹਿਬ ਦੇ ਜਿਹੜੇ ਖਿਆਲ ਨੇ, ਜਿਹੜੀ ਸੋਚ ਆ, ਉਹਦੇ ਤੇ ਪਹਿਰਾ ਦੇਵਾਂਗੇ, ਔਰ ਇਹੀ ਸੋਚ ਆ ਜਿਹੜੀ ਪੰਜਾਬ ਨੂੰ ਬਦਲਾਅ ਕਰ ਸਕਦੀ ਆ, ਬਦਲਾਅ ਲਿਆ ਸਕਦੀ ਸੀ, ਤੇ ਭਾਈ ਸਾਹਿਬ 7 ਸਾਲ ਦੇ ਬੈਠੇ ਸੋਚ ਕਿਉਂ ਰਹੇ ਸੀ? ਪਹਿਲਾਂ ਚਲੇ ਜਾਂਦੇ। ਸਬਕਾ ਦੀ ਕੋਈ ਨਾ ਕੋਈ, ਹੁਣ ਤੁਸੀਂ ਕੇਂਦਰ ਵਿੱਚ ਤੁਹਾਡੇ ਬ੍ਰਦਰ ਵੀ ਵਜ਼ਾਰਤ ਦੇ ਵਿੱਚ ਬੈਠੇ ਹੁੰਦੇ, ਉਹ ਕਿਉਂ ਭਾਜਪਾ ਪੰਜਾਬ ਆਪਣੇ ਕਾਂਗਰਸ ਵਿੱਚ ਰੁਲ ਰਹੇ ਸੀ? ਕਿ ਤੁਸੀਂ ਇਹੀ ਮੰਨਿਆ ਜਾਊਗਾ ਕਿ ਭਾਜਪਾ ਪਰਿਵਾਰ ਪੰਜਾਬ ਕਾਂਗਰਸ ਵਿੱਚ ਰੁਲ ਰਿਹਾ ਸੀ? ਭਾਜਪਾ ਉਹਨਾਂ ਨੂੰ ਹੁਣ ਦਿਖੀ ਹੈਗੀ ਆ। ਅਮਰਿੰਦਰ ਸਿੰਘ ਦੇ ਨਾਲ ਦੇ ਬੰਦੇ ਸਾਰੇ ਦੇ ਸਾਰੇ ਭਾਜਪਾ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਹੈ ਦਾ ਕੋਈ ਭਵਿੱਖ ਨਹੀਂ ਹੈਗਾ। ਇਹ ਇੱਕ ਛੋਟੀ ਜੀ ਟਿੱਕੀ ਬਣਾਈ ਗਈ ਹੈ, ਆਟਾ ਗੁੰਨਿਆ ਗਿਆ, ਪੇੜਾ ਬਣਾਇਆ ਗਿਆ, ਜਿਹਦੀ ਰੋਟੀ ਨਹੀਂ ਸੇਕੀ ਜਾਣੀ। ਇਹ 1% ਰੋਟੀ ਹੈ, ਜਿਹੜੀ ਉਹ ਕੱਚੀ ਰੋਟੀ ਨਹੀਂ ਬਣਾਉਂਦੇ ਹੁੰਦੇ ਆਪਾਂ ਪੀਰਾਂ ਨੂੰ ਚੜਾਉਣ ਲਈ ਜਾਂ ਮੱਥਾ ਟੇਕਣ ਲਈ। ਇਹ ਉਹ ਰੋਟੀ ਹੈਗੀ ਆ ਜਿਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ, ਜਿਸ ਨੂੰ ਕੋਈ ਖਾ ਕੇ ਕਿਸੇ ਦੇ ਭੁੱਖ ਨਹੀਂ ਭਰਨੀ ਹੈਗੀ, ਜਿਸ ਨਾਲ ਪੰਜਾਬ ਦੀ ਆਸਾਂ ਨੇ ਜੋ ਜਾਂ ਮੰਗਾਂ ਨੇ, ਜੋ ਡਿਮਾਂਡਸ ਨੇ, ਉਹ ਪੂਰੀਆਂ ਨਹੀਂ ਹੋਣੀਆਂ ਹੈਗੀਆਂ। ਕਿਉਂਕਿ ਜੇ ਹੋਣੀਆਂ ਹੁੰਦੀਆਂ ਤਾਂ 2002 ਤੋਂ 2007 ਤੱਕ ਇਹ ਮੁੱਖ ਮੰਤਰੀ ਰਹੇ। ਉਦੋਂ ਇਹਨਾਂ ਨੇ ਸਮੇਂ ਸਿਰਫ ਫਸਲਾਂ ਚੁਕਵਾਉਣ ਤੋਂ ਇਲਾਵਾ ਕੀ ਕੀਤਾ? ਕੀ ਇਹਨਾਂ ਨੇ ਕੋਈ ਉਦੋਂ ਡਾਈਵਰਸਿਫਿਕੇਸ਼ਨ ਉੱਪਰ ਕੰਮ ਕੀਤਾ? ਕੋਈ ਕੁਝ ਨਹੀਂ ਕੀਤਾ। ਗੱਲਾਂ ਬਹੁਤ ਵੱਡੀਆਂ ਵੱਡੀਆਂ ਮਾਰੀਆਂ। ਹੁਣ ਵੀ ਇਹਨਾਂ ਨੇ ਕਿਹਾ ਵੀ ਡਾਈਵਰਸਿਫਿਕੇਸ਼ਨ ਦੇ ਉੱਪਰ ਕੰਮ ਕਰੂਗਾ। ਮੈਨੂੰ ਦੱਸੋ, ਐਤਕੀ ਤਾਂ ਫਸਲਾਂ ਵੀ ਨਹੀਂ ਚੁਕਾ ਹੋਈਆਂ, ਨਾ ਡਾਈਵਰਸਿਫਿਕੇਸ਼ਨ ਕਰਾ ਹੋਈ, ਨਾ ਕੋਈ ਪਾਲਿਸੀ ਲਿਆ ਹੋਈ। ਨਵਜੋਤ ਸਿੰਘ ਸਿੱਧੂ ਜ਼ਰੂਰ ਕਹਿ ਰਹੇ ਕਿ ਅਸੀਂ ਦਾਲਾਂ ਭਿਜਵਾਵਾਂਗੇ, ਦਾਲਾਂ ਖਰੀਦਾਂਗੇ। ਮੈਂ ਕਹਿੰਦਾ ਕੈਪਟਨ ਸਾਹਿਬ ਦੇ ਕੀਤੇ ਹੋਏ ਲਾਰਿਆਂ ਦੇ ਕਰਕੇ ਸਾਨੂੰ ਨਵਜੋਤ ਸਿੱਧੂ ਦੀਆਂ ਗੱਲਾਂ ਉੱਤੇ ਵੀ ਯਕੀਨ ਨਹੀਂ ਹੈਗਾ। ਉਹਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਲਿਖ ਕੇ ਦਿਓ ਔਰ ਦੱਸੋ ਵੀ ਕਿਹੜੇ ਤਰੀਕੇ ਨਾਲ ਤੁਸੀਂ ਦਾਲਾਂ ਭਿਜਵਾਓਗੇ, ਕਿਹੜੀ ਮੰਡੀ ਵਿੱਚ ਖਰੀਦੋਗੇ, ਕਿਹੜੇ ਭਾਅ ਤੇ ਖਰੀਦੋਗੇ। ਅੱਜ ਲੋਕ ਇੰਨੇ ਕੁ ਜਾਗਰੂਕ ਹੋ ਚੁੱਕੇ ਨੇ ਪੰਜਾਬ ਦੇ ਕਿ ਉਹ ਜਿਹੜਾ ਵੀ ਕੋਈ ਮੈਨੀਫੈਸਟੋ ਲੈ ਕੇ ਆਏਗਾ, ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਵਿੱਚ ਘੇਰ ਕੇ ਸਵਾਲ ਕੀਤੇ ਜਾ ਰਹੇ ਨੇ, ਇਹ ਸਾਰੇ ਨੇਤਾਵਾਂ ਦਾ ਇਹ ਹਾਲ ਹੋਣ ਵਾਲਾ ਹੈਗਾ। ਸਾਰਿਆਂ ਨੂੰ ਜਵਾਬ ਦੇਣੇ ਪੈਣਗੇ। ਅੱਜ ਕੈਪਟਨ ਸਾਹਿਬ ਇੰਨੇ ਦਿਨ ਹੋ ਗਏ, ਮੈਨੂੰ ਦੱਸੋ ਰਾਜਪੁਰੇ ਤੋਂ ਇਲਾਵਾ ਹੋਰ ਕਿੱਥੇ ਗਏ ਨੇ ਇਹ? ਬਿਲਕੁਲ। ਅੱਛਾ, ਦੂਜੀ ਗੱਲ, ਹੁਣ ਜੇ ਮੈਂ ਕਾਂਗਰਸ ਦੀ ਸਿਆਸਤ ਦੀ ਕਰਾਂ ਕਿ ਉਹ ਹਾਲੇ ਵੀ 605 ਦੇ ਵਿੱਚ ਨੇ। ਸਿੱਧੂ ਸਾਹਿਬ ਕਹਿੰਦੇ ਮੁੱਖ ਮੰਤਰੀ ਚਿਹਰਾ ਲਾਣ ਦਿਓ। ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹ ਇਸ ਮੂਡ ਦੇ ਵਿੱਚ ਨਹੀਂ ਹੈਗੀ, ਕਿਉਂਕਿ ਉਹ ਅੱਗੇ ਹੀ ਕੈਪਟਨ ਸਾਹਿਬ ਦੇ ਹੱਥ ਉਹਨਾਂ ਨੂੰ ਲੱਗੇ ਹੋਏ ਨੇ ਕਿ ਉਹਨਾਂ ਨੂੰ ਅੱਗੇ ਚਿਹਰਾ ਲਾਣ ਕੇ ਕੀ ਕੁਝ ਭੁਗਤਿਆ 4 ਸਾਲ। ਉਹ ਕਹਿੰਦੇ ਕਿ ਪਾਰਟੀ ਹਾਈਜੈਕ ਕਰਨ ਵਾਲੇ ਕੰਮ ਹੋ ਗਏ ਸੀ ਪੰਜਾਬ ਦੇ ਵਿੱਚ। ਹੁਣ ਕਾਂਗਰਸ ਜਿਹੜੀ ਉਹ ਫੂਕ ਕੇ ਪੈਰ ਧਰ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਏਦਾਂ ਦਿਖਦਾ ਕਿ ਕਾਂਗਰਸ ਨੂੰ ਆਪਣੇ ਆਪ ਤੇ ਭਰੋਸਾ ਜਿਹਾ ਨਹੀਂ ਵੱਝਦਾ ਕਿ ਲੋਕ ਸਾਡੇ ਤੇ ਯਕੀਨ ਕਿਵੇਂ ਕਰ ਲੈਣਾ। ਅਸੀਂ ਕਿਵੇਂ ਕਹਿ ਦਈਏ ਕਿ ਤੁਸੀਂ 4.5 ਸਾਲ ਭੁੱਲ ਜਾਓ ਤੇ ਆ 2-4 ਮਹੀਨੇ ਯਾਦ ਰੱਖੋ, ਉਹ ਵੀ ਸਿਰਫ ਐਲਾਨਾਂ ਤੱਕ ਜਿਹੜੇ ਸੀਮਤ ਨੇ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਪ੍ਰੋਬਲਮ ਇਹ ਰਹੀ ਆ ਕਿ ਪਹਿਲਾਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਠੰਡੀ ਜੰਗ ਚੱਲਦੀ ਰਹੀ, ਬਾਅਦ ਵਿੱਚੋਂ ਆ ਕੇ ਉਹ ਲਾਵਾ ਫੁੱਟਿਆ ਤੇ ਸਾਰਾ ਕੁਝ ਹੀ ਉਤਲ-ਪੁਤਲ ਹੋ ਗਿਆ। ਫਿਰ ਜਦੋਂ ਸੁਨੀਲ ਜਾਖੜ ਦਾ ਨਾਮ ਆਇਆ, ਆਪਣੇ ਬਾਜਵਾ ਸਾਹਿਬ ਦਾ ਨਾਮ ਆਇਆ, ਉਹ ਹਰ ਚੀਜ਼ ਦੇ ਉੱਪਰ ਠੁਕਰਾਉਂਦੇ ਰਹੇ। ਅਖੀਰ ਚੰਨੀ ਸਾਹਿਬ ਨੂੰ ਬਣਾਇਆ ਗਿਆ। ਇਸ ਵੇਲੇ ਸੁਖਵਿੰਦਰ ਦੀ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਠੰਡੀ ਜੰਗ ਪੂਰੀ ਜ਼ੋਰਾਂ ਤੇ ਆ। ਉਹ ਅੱਡ ਗੱਲ ਆ ਕਿ ਪੰਜਾਬ ਦੇ ਵਿੱਚ ਠੰਡ ਵੀ ਜ਼ੋਰਾਂ ਦੇ ਉੱਤੇ ਆ, ਪਰ ਇਹ ਦੋਵੇਂ ਨੇਤਾਵਾਂ ਦੀ ਠੰਡੀ ਜੰਗ ਵੀ ਜ਼ੋਰਾਂ ਦੇ ਉੱਤੇ ਆ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਦੋ ਹੋਰ ਵੱਡੇ ਨੇਤਾਵਾਂ ਨਾਲ ਠੰਡੀ ਜੰਗ ਚੱਲ ਰਹੀ ਆ। ਇੱਕ ਸੁਨੀਲ ਜਾਖੜ ਨੇ ਤੇ ਦੂਸਰੇ ਮਨਪ੍ਰੀਤ ਸਿੰਘ ਬਾਦਲ ਵੀ ਨੇ। ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਦਰਕਿਨਾਰ ਕਰਕੇ ਪੰਜਾਬ ਦੀ ਰਾਜਨੀਤੀ ਦੀ ਗਿਣਤੀ ਨਹੀਂ ਕਰ ਸਕਦੇ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਚੌਸਰ ਦੀ ਗੇਮ ਬਹੁਤ ਚੁੱਪਚਾਪ ਖੇਡ ਰਹੇ ਨੇ। ਜੇ ਪ੍ਰਗਟ ਸਿੰਘ ਐਲਾਨ ਕਰਦੇ ਨੇ ਮੈਂ ਆਹ ਕਰ ਦੂੰਗਾ, ਉਹਦੇ ਲਈ ਖਜ਼ਾਨੇ ਖਾਲੀ ਨੇ। ਜੇ ਚਰਨਜੀਤ ਚੰਨੀ ਐਲਾਨ ਕਰਦੇ ਇਹ ਕਰ ਦੋ, ਉਹਦੇ ਲਈ ਖਜ਼ਾਨੇ ਭਰੇ ਹੋਏ ਨੇ। ਇਹ ਦੋ ਤਰ੍ਹਾਂ ਦੀ ਗੇਮ ਕਿਉਂ? ਮੁੱਖ ਮੰਤਰੀ ਐਲਾਨ ਕਰ ਰਿਹਾ, ਉਹਦੇ ਲਈ ਮਨਪ੍ਰੀਤ ਬਾਦਲ ਦੇ ਖਜ਼ਾਨੇ ਖੁੱਲੇ ਨੇ। ਜੇ ਸਿੱਖਿਆ ਮੰਤਰੀ ਐਲਾਨ ਕਰ ਰਿਹਾ, ਉਹਦੇ ਲਈ ਮਨਪ੍ਰੀਤ ਬਾਦਲ ਦੇ ਖਜ਼ਾਨੇ ਖਾਲੀ ਨੇ। ਜੇ ਸਪੋਰਟਸ ਮਿਨਿਸਟਰ ਐਲਾਨ ਕਰ ਰਿਹਾ, ਉਹਦੇ ਲਈ ਮਨਪ੍ਰੀਤ ਬਾਦਲ ਦੇ ਖਜ਼ਾਨੇ ਖਾਲੀ ਨੇ। ਜੇ ਟੈਕਨੀਕਲ ਮਿਨਿਸਟਰ ਰਾਣਾ ਗੁਰਜੀਤ ਐਲਾਨ ਕਰ ਰਿਹਾ, ਉਹਦੇ ਲਈ ਮਨਪ੍ਰੀਤ ਬਾਦਲ ਦੇ ਖਜ਼ਾਨੇ ਖਾਲੀ ਨੇ। ਇਹ ਕਿਹੜੀ ਦੋਇਮ ਗੇਮ ਕੀ ਹੈਗੀ? ਇਸ ਤਰ੍ਹਾਂ ਨਹੀਂ ਚੱਲਣਾ ਹੈਗਾ। ਸੋ ਨਵਜੋਤ ਸਿੰਘ ਸਿੱਧੂ ਨੂੰ ਡਰ ਸਤਾ ਰਿਹਾ ਕਿ ਮੈਨੂੰ ਵਰਤ ਕੇ ਦੁਬਾਰੇ ਸਿੱਟ ਨਾ ਦੇਣ, ਜਿਵੇਂ ਅਕਸਰ ਰਾਜਨੀਤੀ ਵਿੱਚ ਹੁੰਦਾ ਜਾਂ ਕਾਰਪੋਰੇਟਸ ਵਿੱਚ ਹੁੰਦਾ ਕਿ ਨਿੰਬੂ ਦਾ ਰਸ ਕੱਢ ਲਿਆ ਤੇ ਬਾਅਦ ਵਿੱਚੋਂ ਨਿੰਬੂ ਨਿਚੋੜ ਕੇ ਬਾਹਰ। ਸੋ ਨਵਜੋਤ ਸਿੰਘ ਸਿੱਧੂ ਨੂੰ ਵੀ ਪਤਾ ਕਿ ਮੇਰੇ ਨਾਲ ਵੀ ਉਹ ਕੰਮ ਨਾ ਹੋਵੇ ਕਿ ਮੈਂ ਨਾ ਘਟਦਾ ਰਹਾ ਤੇ ਨਾ ਘਾਟਦਾ ਰਹਾ। ਸੋ ਘੱਟੋ ਘੱਟ ਜੇ ਕੱਲ ਨੂੰ ਸਰਕਾਰ ਪਾਰਟੀ ਸੀਐਮ ਦਾ ਚਿਹਰਾ ਐਲਾਨ ਦਿੰਦੀ ਆ ਤਾਂ ਉਹ ਜਿਸ ਤਰੀਕੇ ਨਾਲ ਜਨ ਸਭਾਵਾਂ ਦੇ ਵਿੱਚ ਬੋਲੇ ਕਿ ਜਦੋਂ ਮੇਰੀ ਸਰਕਾਰ ਹੋਊਗੀ ਤਾਂ ਤੁਸੀਂ ਇਹ ਕਰੋਗੇ। ਸੈਲਫ ਆਪਣੇ ਆਪ ਦੇ ਵਿੱਚ ਤਾਂ ਉਹ ਕਲੇਮ ਕਰਦੇ ਨੇ ਕਿ ਮੈਂ ਹੀ ਮੁੱਖ ਮੰਤਰੀ ਹੋਊਂਗਾ, ਪਰ ਉਹਨਾਂ ਦੀ ਗੱਲ ਦੇ ਉੱਪਰ ਰਾਹੁਲ ਗਾਂਧੀ ਮੋਹਰ ਨਹੀਂ ਲਾ ਰਹੇ, ਕਿਉਂਕਿ ਉਹ ਵੀ ਹੁਣ ਫੈਸਲੇ ਸਾਰੇ ਉਹਨਾਂ ਦੇ ਹੱਥ ਵਿੱਚ ਨਹੀਂ ਰਹੇ। ਉਹਦਾ ਕਾਰਨ ਕੀ ਸੀ? ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ,
ਨਾ ਭੁੱਲੋ ਉਸ ਗੱਲ ਨੂੰ ਕਦੇ ਨਾ ਭੁੱਲਿਓ, ਕਿਉਂਕਿ ਸਥਿਰਤਾ, ਆਪਣੇ ਅਕਾਵਾਂ ਦੇ ਪ੍ਰਤੀ ਵਫਾਦਾਰੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਇਹ ਰਾਜਨੀਤਿਕ ਪਾਰਟੀਆਂ ਬਹੁਤ ਦੇਖਦੀਆਂ ਨੇ। ਉਹਨਾਂ ਦੇ ਅਸਤੀਫੇ ਨੇ ਰਾਹੁਲ ਗਾਂਧੀ ਦੀ ਇੰਨੀ ਫਜੀਹਤ ਕਰਾਈ ਸੀ, ਚਾਹੇ ਉਹਨਾਂ ਦੀ ਮਾਂ ਦੇ ਮੂਹਰੇ ਸੀ, ਸੋਨੀਆ ਗਾਂਧੀ ਮੂਹਰੇ ਜਾਂ ਹੋਰ ਵੱਡੇ ਸੱਜਣਾ ਮੂਹਰੇ ਜੋ ਕਾਂਗਰਸ ਸਾਈ ਨੂੰ ਲੀਡ ਕਰਦੇ ਨੇ। ਸੋ ਰਾਹੁਲ ਗਾਂਧੀ ਬੈਕਫੁੱਟ ਤੇ ਚਲੇ ਗਏ ਸੀ ਕਿ ਹੁਣ ਉਹ ਵੀ, ਜੋ ਪ੍ਰਿੰਕਾ ਗਾਂਧੀ ਵੀ ਸੀ ਵਡੇਰਾ ਸਾਹਿਬ, ਉਹ ਵੀ ਹੁਣ ਨਵਜੋਤ ਸਿੰਘ ਸਿੱਧੂ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਰਹੇ। ਸੋ ਇਹਦਾ ਵੇਟ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਰਨਾ ਪਏਗਾ ਔਰ ਆਪਣੇ ਆਪ ਨੂੰ ਹੋਰ ਵੱਡੇ ਲੈਵਲ ਤੇ ਜਾ ਕੇ ਪੰਜਾਬੀਆਂ ਦਾ ਹਰਮਨ ਪਿਆਰਾ ਨੇਤਾ ਸਾਬਤ ਕਰਨਾ ਪਏਗਾ। ਔਰ ਉਹਦੇ ਲਈ ਜਿਸ ਤਰੀਕੇ ਦੇ ਕੰਮ ਉਹ ਕਰ ਰਹੇ ਨੇ, ਮੈਂ ਦਾਲਾਂ ਖਰੀਦੂੰਗਾ, ਮੈਂ ਆਹ ਕਰੂੰਗਾ, ਉਹਨਾਂ ਨੂੰ ਉਹ ਲੈਜੀਟੀਮੇਟ ਤਰੀਕੇ ਨਾਲ, ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਸੀ ਕਿ ਅਸੀਂ ਮੈਨੀਫੈਸਟੋ ਨੂੰ ਲੀਗਲਾਈਜ਼ ਕਰਾਵਾਂਗੇ। ਲੀਗਲਾਈਜ਼ ਹੁਣ ਸਟੈਂਪ ਮੋਰ ਪੇਪਰ ਉੱਤੇ ਤਾਂ ਲਿਖਣਾ ਨਹੀਂ, ਤੁਹਾਨੂੰ ਦੱਸਣਾ ਪਏਗਾ ਕਿ ਇਹਦਾ ਰੂਟ ਕੀ ਹੋਏਗਾ। ਅਸੀਂ ਕਿਹੜੇ ਜ਼ਿਲ੍ਹਿਆਂ ਵਿੱਚ ਕਿਹੜੀਆਂ ਦਾਲਾਂ ਭਜਵਾਵਾਂਗੇ, ਕਿਹੜੀਆਂ ਸਬਜ਼ੀਆਂ ਭਜਵਾਵਾਂਗੇ, ਕਿਹੜੀਆਂ ਫਸਲਾਂ ਭਜਵਾਵਾਂਗੇ, ਉਹਨਾਂ ਦੇ MSP ਕੀ ਹੋਣਗੇ ਔਰ ਉਹਨਾਂ ਦੇ ਨਾਲ ਕੀ ਕੀ ਅਸੀਂ ਸੋਇਲ ਟੈਸਟਿੰਗ ਕਰਵਾਵਾਂਗੇ, ਇਹਦੀ ਡਾਇਵਰਸੀਫਿਕੇਸ਼ਨ ਕਿਵੇਂ ਹੋਏਗੀ, ਆਰਗੇਨਿਕ ਖੇਤੀ ਕਿਵੇਂ ਆਏਗੀ, ਐਕਸਪੋਰਟ ਇੰਪੋਰਟ ਕਿਵੇਂ ਹੋਏਗਾ, ਕਿਹੜੇ ਕਿਹੜੇ ਰੇਟ ਬਣਾਏ ਜਾਣਗੇ, ਉਹਨਾਂ ਦੇ ਕਰਜ਼ਿਆਂ ਦਾ ਕੀ ਇਲਾਜ ਹੋਏਗਾ, ਜਿਹੜੇ ਕਰਜ਼ੇ ਖੜੇ ਨੇ ਉਹਨਾਂ ਨੂੰ ਮਾਫ ਕਿਵੇਂ ਕੀਤਾ ਜਾਊਗਾ। ਰੋਡ ਮੈਪ ਦੇਣਾ ਪਵੇਗਾ ਸਿੱਧੂ ਸਾਹਿਬ, ਇਸ ਤੋਂ ਬਿਨਾਂ ਕੰਮ ਨਹੀਂ ਚੱਲਣਾ। ਉਸ ਤੋਂ ਬਿਨਾਂ ਲੋਕਾਂ ਨੇ ਯਕੀਨ ਵੀ ਨਹੀਂ ਕਰ ਰਿਹਾ, ਕਿਉਂਕਿ ਰਾਜੇਵਾਲ ਸਾਹਿਬ ਵੀ ਮੈਦਾਨ ਚ ਆ ਚੁੱਕੇ ਨੇ, ਚੜੂਨੀ ਸਾਹਿਬ ਵੀ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਉੱਪਰ ਫਿਲਹਾਲ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਲਈ ਲੋਕਾਂ ਕੋਲੇ ਕੁਝ ਨਹੀਂ ਹੈਗਾ। ਝੂਠ ਕਹਾਣੀਆਂ ਜੋ ਮਰਜ਼ੀ ਬੋਲੀ ਜਾਓ। ਹਲੇ ਚਾਹੇ ਸੰਯੁਕਤ ਕਿਸਾਨ ਮੋਰਚਾ ਆਪਣੇ ਆਪ ਨੂੰ ਇਹਨਾਂ ਤੋਂ ਅੱਡ ਕਰਕੇ ਦਿਖਾ ਰਿਹਾ, ਪਰ ਹਲੇ ਆਉਣ ਵਾਲੀ ਮੀਟਿੰਗ ਹੋਣੀ ਆ ਤੇ ਜੇ ਰਾਜੇਵਾਲ ਸਾਹਿਬ ਇਹ ਚੀਜ਼ਾਂ ਆਪ ਡਿਕਲੇਅਰ ਕਰਦੇ ਨੇ ਔਰ ਇਸ ਤਰੀਕੇ ਨਾਲ ਜਸਟੀਫਾਈ ਕਰਦੇ ਨੇ ਕਿ ਅਸੀਂ ਇਹ ਸਾਰਾ ਕੁਝ ਕਰਕੇ ਦਿਖਾਵਾਂਗੇ, ਤਾਂ ਮੈਂ ਕਹਿੰਦਾ ਸੰਯੁਕਤ ਕਿਸਾਨ ਮੋਰਚੇ ਨੂੰ ਨਾਲ ਜਾਣਾ ਪਊਗਾ, ਉਹਨਾਂ ਦੀ ਮਜਬੂਰੀ ਹੋਏਗੀ ਨਾਲ ਜਾਣਾ, ਕਿਉਂਕਿ ਉਹ ਚੀਜ਼ਾਂ ਸਾਬਤ ਕਰਕੇ ਦਿਖਾਉਣਗੇ। ਲੋੜ ਤਾਂ ਇਹੀ ਹੈ ਨਾ ਕਿ ਇਸ ਵੇਲੇ ਇੱਕ ਪਾਇਨੀਅਰ ਸਾਨੂੰ ਚਾਹੀਦਾ, ਜਿਹੜਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਦੌਰ ਚਲਾਵੇ, ਇੱਕ ਵਾਅਦਿਆਂ ਦਾ ਦੌਰ ਚਲਾਵੇ, ਲੈਜੀਟੀਮੇਟ ਵਾਅਦਿਆਂ ਦਾ ਦੌਰ ਚਲਾਵੇ, ਜੋ ਪੂਰੇ ਹਿੰਦੁਸਤਾਨ ਦੀ ਸਿਆਸਤ ਨੂੰ ਹਲੋਰਾ ਦੇ ਕੇ ਰੱਖ ਲੇ। ਔਰ ਭਾਜਪਾ ਦੀ ਸੁਣ ਲਓ, ਭਾਜਪਾ ਇਸ ਵੇਲੇ ਯੂਪੀ ਦੇ ਵਿੱਚ ਇਸ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਕੇ ਝੰਡੇ ਦੇ ਬਾਵਜੂਦ ਉਹਨਾਂ ਨੇ ਜਿਹੜੇ 3 ਕਿਸਾਨ ਕਾਨੂੰਨ ਵਾਪਸ ਲੈ ਲਏ ਨੇ, ਉਸ ਤੋਂ ਵਾਪਸ ਲੈਣ ਤੋਂ ਬਾਅਦ ਵੀ ਜਿਹੜਾ ਸਿਲਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਭਾਜਪਾ ਨੂੰ ਯੂਪੀ 'ਚ ਨਹੀਂ ਮਿਲ ਰਿਹਾ। ਲਗਾਤਾਰ ਸਮਾਜਵਾਦੀ ਪਾਰਟੀ ਉੱਪਰ ਉੱਠ ਰਹੀ ਆ। ਤੁਸੀਂ ਦੇਖੋ ਜੈਨ ਸਾਹਿਬ ਨੂੰ, ਸਮਾਜਵਾਦੀ ਇੱਤਰ ਵਾਲੇ ਨੂੰ ਕਿਵੇਂ ਫੜਿਆ ਗਿਆ। ਹੁਣ ਤੱਕ ਪਹਿਲਾਂ ਨਹੀਂ ਸੀ ਪਤਾ ਏਜੰਸੀਆਂ ਨੂੰ ਵੀ ਉਹ ਕਿਸ ਤਰੀਕੇ ਨਾਲ ਕੰਮ ਕਰ ਰਿਹਾ, ਸਭ ਨੂੰ ਪਤਾ ਹੁੰਦਾ, ਪਰ ਜਿਵੇਂ ਉਹਨੇ ਸਮਾਜਵਾਦੀ ਦਾ ਇੱਤਰ ਮਾਰਿਆ, ਉਹਦਾ ਵਿਚਾਰੇ ਦਾ ਸਾਰਾ ਹੀ ਖਿਲਾਰਾ ਖੜਾਤਾ। ਯੂਪੀ ਵਿੱਚ ਹਲੇ ਵੀ ਭਾਜਪਾ ਬਹੁਤ ਮਾੜੇ ਹਾਲਾਤਾਂ 'ਚੋਂ ਗੁਜ਼ਰ ਰਹੀ ਆ। ਉਹਨਾਂ ਨੂੰ ਕਿਤੇ ਵੀ ਯਕੀਨ ਨਹੀਂ ਹੈਗਾ ਕਿ ਅਸੀਂ ਜਿੱਤਾਂਗੇ। ਜੇ ਜੋ ਅੱਜ ਦੇ ਹਾਲਾਤ ਨੇ, ਇਹਦੇ ਤੋਂ 100 ਸਵਾ 100 ਸੀਟਾਂ ਵੀ ਘਟਦੀਆਂ ਨੇ ਬੀਜੇਪੀ ਲਈ, ਤਾਂ ਚੂਲੀ 'ਚ ਨੱਕ ਡਬੋ ਕੇ ਮਰਨ ਵਾਲੀ ਗੱਲ ਹੋ ਜੂਗੀ। ਛੋਟੀ ਗੱਲ ਨਹੀਂ ਹੋਣੀ, ਕਿਉਂਕਿ ਉਹਦੇ ਨਾਲ ਆਉਣ ਵਾਲੀਆਂ 24 ਦੀਆਂ ਲੋਕ ਸਭਾ ਦੇ ਵਿੱਚ ਜਿੱਤਣਾ ਔਖਾ ਹੋ ਜਾਊਗਾ। ਚਾਹੇ ਇਹ ਅੱਜ ਲੋਕ ਸਭਾ ਰਾਜ ਸਭਾ ਦੇ ਵਿੱਚ ਬਿੱਲ ਪਾਸ ਕਰਾ ਲਿਆ ਇਹਨਾਂ ਨੇ ਕੱਲ ਕੇ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਨੂੰ ਜੋੜਿਆ ਜਾਵੇਗਾ, ਸ਼ਰੇਆਮ ਪਤਾ ਲੱਗ ਰਿਹਾ ਕਿ EVM ਹੈਕਿੰਗ ਦੇ ਚੀਜ਼ ਨੂੰ ਲੈਜੀਟੀਮੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸਰਕਾਰਾਂ, ਪਰ ਫੇਰ ਵੀ ਭਾਜਪਾ ਕਿਤੇ ਨਾ ਕਿਤੇ ਡਰੀ ਹੋਈ ਆ ਕਿ ਸਾਡੇ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ। ਸੋ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਦੇ ਵਿੱਚ ਹੀ ਆ। ਮੈਨੂੰ ਦੱਸੋ ਕੀ ਲੋੜ ਸੀ ਮਨਜਿੰਦਰ ਸਿੰਘ ਸਿਰਸੇ ਨੂੰ 70-80 ਬੰਦਿਆਂ ਦੀ ਜ਼ੈਡ ਸਿਕਿਉਰਿਟੀ ਦੇਣ ਦੀ? ਕੀ ਲੋੜ ਸੀ ਕਿ ਰਾਣਾ ਸੋਢੀ ਨੂੰ ਜ਼ੈਡ ਸਿਕਿਉਰਿਟੀ ਦੇਣ ਦੀ? ਕੀ ਉਹਨਾਂ ਨੇ ਮੰਗੀ ਸੀ? ਪਰ ਨਹੀਂ ਜੀ, 6 ਫॉर ਜਸਟਿਸ ਦੀ ਧਮਕੀ ਆ, ਨਹੀਂ ਜੀ ਫਲਾਣੇ ਦੀ ਧਮਕੀ ਆ। ਅਖਬਾਰਾਂ ਵਿੱਚ ਤਾਂ ਕੋਈ ਦੇਖੀ ਨਹੀਂ। ਐਸੀਆਂ ਕਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜਿਨ੍ਹਾਂ ਨੂੰ ਦੱਸਤਾ ਕਿ ਇਹਨਾਂ ਨੂੰ ਧਮਕੀ ਆਈ ਹੋਈ ਆ? ਲੁਧਿਆਣੇ ਵਾਲੇ ਬੰਬ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ, ਉਹ ਧਮਕੀਆਂ ਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿਕਿਉਰਿਟੀ ਦੇ ਦਿਓ। ਸੋ ਇਹ ਚਾਲਬਾਜ਼ੀਆਂ ਬੀਜੇਪੀ ਦੀਆਂ ਬਹੁਤ ਲੰਮੀਆਂ, ਬਹੁਤ ਤਿੱਖੀਆਂ ਚੱਲ ਰਹੀਆਂ ਨੇ, ਪਰ ਇਹ ਚੌਸਰ ਇੰਨੀ ਸੌਖੀ ਨਹੀਂ ਹੈਗੀ। ਇਹ ਪੰਜਾਬ ਦੀ ਜੰਗ ਆ, ਪੰਜਾਬ ਦੀ। ਇਹਨੂੰ ਸਮਝਣ ਦੇ ਲਈ ਤੁਹਾਨੂੰ 10 ਸਿਰਾਂ ਵਾਲਾ ਰਾਵਣ ਵੀ ਇੱਥੇ ਫੇਲ ਹੋ ਗਿਆ ਸੀ ਆ ਕੇ। ਇੱਥੇ ਬਹੁਤ ਦਿਮਾਗ ਚਾਹੀਦਾ ਹੈਗਾ। ਸੁਖਵਿੰਦਰ ਜੀ, ਮੈਂ ਸਮਝ ਸਾਹਿਬ ਆਖਰੀ ਸਵਾਲ ਕਰਨ ਲੱਗਿਆ ਕਿ ਸੰਯੁਕਤ ਸਮਾਜ ਮੋਰਚਾ ਆਪਣੀ ਰਣਨੀਤੀ ਨੂੰ ਅੱਗੇ ਵਧਾ ਰਿਹਾ, ਉਹ ਇਸ ਤਹਿਤ ਕਿ 117 ਦੀ 117 ਸੀਟਾਂ ਤੇ ਉਹਨਾਂ ਦੇ ਆਪਣੇ ਉਮੀਦਵਾਰ ਹੋਣਗੇ। ਮੈਂ ਡਾਕਟਰ ਸੁਹੈਮਨ ਸਿੰਘ ਹੋਣਾ ਨੂੰ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਕਿ ਅਸੀਂ ਕੋਈ ਦਿੱਲੀ ਦਾ ਮਾਡਲ ਨਹੀਂ, ਅਸੀਂ ਪੰਜਾਬ ਦੇ ਵਿੱਚ ਕੈਨੇਡਾ ਦਾ ਮਾਡਲ ਲੈ ਕੇ ਆਉਣਾ ਆ। ਜੋ ਕੁਝ ਕੈਨੇਡਾ ਦੇ ਵਿੱਚ ਹੁੰਦਾ ਉਹ ਸਾਡੇ ਇੱਥੇ ਹੋਣਾ ਚਾਹੀਦਾ। ਸਾਡੀ ਨੌਜਵਾਨ ਪੀੜ੍ਹੀ ਬਾਹਰ ਨਹੀਂ ਜਾਣੀ ਚਾਹੀਦੀ। ਸਾਡੀਆਂ ਸਿਹਤ ਸਹੂਲਤਾਂ, ਸਾਡਾ ਸਿੱਖਿਆ ਦਾ ਢਾਂਚਾ ਜਿਹੜਾ ਉਹ ਸਾਰਾ ਕੁਝ ਦਰੁਸਤ ਹੋਣਾ ਚਾਹੀਦਾ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜੋੜ ਦਿਆਂ, ਖਾਸ ਤਸਵੀਰ ਸਾਰਾ ਦਿਨ ਇਹ ਰਹੀ ਕਿ ਉਧਰ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਪੰਜਾਬ ਦੇ ATT ਵਾਲੇ ਟੀਚਰ ਜਿਹੜੇ ਉਹ ਧਰਨਾ ਲਾਈ ਬੈਠੇ ਨੇ,
ਆ ਪਿੱਛੇ ਜੇ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ ਨਵਜੋਤ ਸਿੱਧੂ ਪਹੁੰਚ ਗਏ ਸੀਗੇ। ਅਜੀਬੋ-ਗਰੀਬ ਸਥਿਤੀ ਜਿਹੜੀ ਬਣੀ ਹੋਈ ਹੈ। ਸਰਕਾਰ ਕਹਿੰਦੀ ਕੁਝ ਹੋਰ ਹੈ, ਕਰਦੀ ਕੁਝ ਹੋਰ ਹੈ। ਸੰਯੁਕਤ ਸਮਾਜ ਮੋਰਚਾ ਜਿਹੜਾ ਉਹ ਆਪਣਾ ਝੰਡਾ ਚੱਕ ਕੇ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਆਉਣ ਦੇ ਲਈ ਤਿਆਰ ਹੈ ਤੇ ਲੋਕ ਵੀ ਸਮਝ ਸਕਦੇ ਆ ਕਿ ਲੋਕਾਂ ਦਾ ਮਨ ਵੀ ਜਿਹੜਾ ਉਹ ਬਣਿਆ ਹੋਇਆ ਕਿ ਇਸ ਵਾਰੀ ਅਸੀਂ ਬਦਲਾਅ ਲਿਆਣਾ। ਜੇ ਇਹਨਾਂ ਨੇ ਮੁੱਦੇ ਦੱਸ ਦਿੱਤੇ ਨੇ ਤਾਂ ਲੋਕ ਕਹਿੰਦੇ ਨੇ ਕਿ ਤੁਸੀਂ ਮਜੀਠੀਏ ਨੂੰ ਅੰਦਰ ਕਰ ਦੇਣਾ, ਕਿਵੇਂ ਕਰਨਾ, ਜੋ ਕੁਝ ਕਰਨਾ ਕਰੋ, ਪਰ ਨਸ਼ਿਆਂ ਦਾ ਖਾਤਮਾ ਹੋਣਾ ਚਾਹੀਦਾ। ਗੱਲ ਨਸ਼ਿਆਂ ਦੇ ਖਤਮ ਕਰਨ ਦੀ ਹੈ, ਨਾ ਕਿ ਇਹ ਕਿ ਉਹਨੂੰ ਟੰਗ ਦਿੱਤਾ, ਉਹਨੂੰ ਟੰਗ ਦਿੱਤਾ। ਲੋਕ ਕਹਿੰਦੇ ਨੇ ਕਿ ਸਿੱਖਿਆ, ਬੇਰੁਜ਼ਗਾਰੀ, ਇਹਨਾਂ ਸਾਰਿਆਂ ਤੇ ਕੰਮ ਕਰੋ। ਜੇ ਮੁਫਤਖੋਰੀ ਦੀ ਗੱਲ ਹੈ ਤੇ ਅਸੀਂ ਮੁਫਤਖੋਰੀ ਤੇ ਨਾ ਪਾਓ ਸਾਨੂੰ। ਦੇਖੋ ਸੁਖਵਿੰਦਰ ਜੀ, ਨਿੱਜੀ ਰੰਜਿਸ਼ਾਂ ਜਿੰਨੀਆਂ ਮਰਜ਼ੀ ਕੱਢ ਲਓ, ਵਿਕਰਮ ਮਜੀਠੀਆ ਤੁਹਾਨੂੰ ਹੁਣ ਦੇਖ ਗਿਆ, ਹੁਣ ਤੁਸੀਂ ਉਹਦੇ ਤੇ ਕਿਉਂ? ਅੱਜ ਤੁਹਾਨੂੰ ਵੀ ਆਇਆ ਨੂੰ 3 ਮਹੀਨੇ ਹੋ ਚੁੱਕੇ ਨੇ। ਅੱਜ ਹੁਣ ਜਮੇ ਜਦੋਂ ਆਖਰੀ ਦਿਨ ਆ ਗਏ ਨੇ ਤੁਹਾਨੂੰ ਵਿਕਰਮ ਮਜੀਠੀਆ ਦੇਖ ਗਿਆ। ਅੱਜ ਆਖਰੀ ਦਿਨ ਆ ਗਏ ਤਾਂ ਪ੍ਰਗਟ ਸਿੰਘ 12,000 ਅਸਾਮੀਆਂ ਕੱਢ ਰਿਹਾ ਮਾਸਟਰਾਂ ਦੀਆਂ। ਅੱਜ ਆਖਰੀ ਦਿਨ ਆ ਗਏ ਤਾਂ ਤੁਸੀਂ ਕੁਝ ਵੀ ਕਰੋਗੇ। ਇਸ ਤਰ੍ਹਾਂ ਨਹੀਂ ਪੰਜਾਬ ਚੱਲੇਗਾ। ਔਰ ਜਿਸ ਤਰੀਕੇ ਨਾਲ ਰਾਜਾ ਵੜਿੰਗ ਜਾਂ ਚਰਨਜੀਤ ਚੰਨੀ ਬੱਸਾਂ ਚਲਾ ਕੇ ਦਿਖਾ ਰਹੇ ਨੇ, ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਪੰਜਾਬ ਇੱਕ ਬੱਸ ਹੈ ਜਿਸ ਨੂੰ ਤੁਸੀਂ ਇੱਕ ਮੀਡੀਆ ਟ੍ਰਾਇਲ ਆ? ਇਸ ਨੂੰ ਮਤਲਬ ਮੈਂ ਕਹਿੰਦਾ ਵੀ ਪੱਤਰਕਾਰਾਂ ਤੇ ਹਾਸਾ ਆ ਰਿਹਾ, ਜਿਹੜੇ ਉਹ ਚਰਨਜੀਤ ਚੰਨੀ ਨੂੰ ਕਵਰ ਕਰ ਰਹੇ ਨੇ, ਉਹਦੇ ਨਾਲ ਇੰਜੋਇਮੈਂਟ ਕਰ ਰਹੇ ਨੇ ਕਿ ਸਾਡੇ ਮੀਡੀਆ ਦਾ ਇਹ ਪੱਧਰ ਆ ਕਿ ਉਹ ਮੁੱਖ ਮੰਤਰੀ ਨੂੰ ਸਵਾਲ ਨਹੀਂ ਕਰ ਸਕਦੇ ਕਿ ਜੇ ਤੁਸੀਂ ਬੱਸ ਵੀ ਡਰਾਈਵ ਕਰਨੀ ਆ ਉਹਦੇ ਲਈ ਵੀ ਸੀਟ ਬੈਲਟ ਹੋਣੀ ਚਾਹੀਦੀ ਆ, ਉਹਦੇ ਲਈ ਵੀ ਤੁਸੀਂ ਸਿੱਧੇ ਦੇਖੋਗੇ, ਨਾ ਕਿ ਸਵਾਰੀਆਂ ਨਾਲ ਇੰਟਰੈਕਟ ਕਰੋਗੇ, ਨਾ ਕਿ ਤੁਸੀਂ ਪੱਤਰਕਾਰਾਂ ਨਾਲ ਇੰਟਰੈਕਟ ਕਰੋਗੇ। ਤੁਸੀਂ ਇਹ ਦਿਖਾ ਰਹੇ ਹੋ ਆਪਣੇ ਬੱਸ ਦੇ ਡਰਾਈਵਰਾਂ ਨੂੰ ਕਰਕੇ ਤੁਸੀਂ ਇਸ ਤਰ੍ਹਾਂ ਗੱਲਾਂ ਕਰੋ, ਮੋਬਾਈਲ ਤੇ ਗੱਲਾਂ ਕਰੋ। ਇਹ ਕਿਉਂ ਨਹੀਂ ਇਹਨਾਂ ਦੇ ਖਿਲਾਫ ਚਲਾਨ ਹੋਣਾ ਚਾਹੀਦਾ? ਕਿੱਥੇ ਆ ਅੱਜ ਪੰਜਾਬ ਪੁਲਿਸ? ਕਰੋ, ਇਹ ਮੁੱਖ ਮੰਤਰੀ ਦੇ ਖਿਲਾਫ ਚਲਾਨ ਹੋਣਾ ਚਾਹੀਦਾ। ਉਸ ਰਾਜਾ ਵੜਿੰਗ ਸਾਹਿਬ ਬੱਸਾਂ ਚਲਾ ਕੇ ਦਿਖਾ ਰਹੇ ਨੇ ਤੇ ਮੈਨੂੰ ਪੁੱਛੋ ਵੀ ਇੱਕੋ ਇੱਕ ਸੌਫਟਵੇਅਰ ਆ ਜਿਹਦੇ ਉੱਤੇ ਡਰਾਈਵਿੰਗ ਲਾਇਸੈਂਸ ਬਣਦੇ ਨੇ ਜਾਂ ਪਰਮਿਟ ਬਣਦੇ ਨੇ, ਉਹ ਤਾਂ ਪ੍ਰੋਪਰ ਇਹਨਾਂ ਤੋਂ ਚੱਲਦਾ ਨਹੀਂ ਹੈਗਾ। ਅੱਜ ਵੀ ਏਜੰਟਾਂ ਦੇ ਥਰੂ ਕੰਮ ਹੋ ਰਿਹਾ, ਅੱਜ ਵੀ ਏਜੰਟਾਂ ਦੇ ਥਰੂ ਲੁੱਟ ਜਾਰੀ ਹੈ ਲੋਕਾਂ ਦੀ, ਕਿੰਨੇ ਫੀਸਾਂ ਲਈਆਂ ਜਾ ਰਹੀਆਂ, ਉਹਦੇ ਉੱਤੇ ਤਾਂ ਕੰਮ ਨਹੀਂ ਹੋ ਰਿਹਾ। ਸਿਰਫ ਮੀਡੀਆ ਵਿੱਚ ਬਣੇ ਰਹਿਣ ਲਈ, ਸ਼ੋਹਰਤ ਹਾਸਲ ਕਰਨ ਲਈ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਦੇ ਘਰੇ ਜਾ ਰਿਹਾ, ਫਿਰ ਉਹਨੂੰ ਕਹਿ ਰਿਹਾ ਜੀ ਮੈਂ ਤਾਂ ਆਪਦੇ ਤੁਹਾਡੇ ਘਰ ਦੇ ਬਾਹਰ ਬੈਠਾ ਰਿਹਾ, ਮੈਂ ਆਪਦੀ ਚਾਹ ਮੰਗਾ ਲਈ। ਕੇਜਰੀਵਾਲ ਵੀ ਉਸੇ ਪਾਸੇ ਲੱਗਿਆ, ਤੁਸੀਂ ਦੱਸਿਆ ਨਹੀਂ, ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਤੁਹਾਨੂੰ ਪਰੌਂਠੇ ਲਾ ਦਿੰਦਾ, ਮੁੜ ਕੇ ਉਧਰ ਦੂਜੇ ਪਾਸੇ ਇਹੀ ਕੰਮ ਚੱਲੀ ਜਾ ਰਿਹਾ। ਤੁਸੀਂ ਲੋਕਾਂ ਨੂੰ ਕਿੰਨੀ ਦੇਰ ਬੇਵਕੂਫ ਬਣਾਓਗੇ? ਮੈਂ ਤਾਂ ਤਖਤ ਪੰਜਾਬ ਦੇ ਮੰਚ ਤੇ ਬੈਠ ਕੇ ਇਹ ਗੱਲ ਕਹੂੰਗਾ ਕਿ ਉਹ ਲੋਕੋ ਤੁਸੀਂ ਕਿੰਨੀ ਦੇਰ ਬੇਵਕੂਫ ਬਣਦੇ ਰਹੋਗੇ? ਤੁਹਾਡੇ ਉੱਤੇ ਵੀ ਵੱਡਾ ਸਵਾਲ ਆ, ਕਿਉਂਕਿ ਸਮਾਜ ਸਾਡੇ ਨਾਲ ਬਣਦਾ, ਤੁਹਾਡੇ ਨਾਲ, ਮੇਰੇ ਨਾਲ ਬਣਦਾ, ਲੋਕਾਂ ਨਾਲ ਬਣਦਾ, ਇਹ ਨੇਤਾਵਾਂ ਨਾਲ ਨਹੀਂ ਬਣਦਾ। ਇਹ ਨੇਤਾ ਸਮਾਜ ਨੂੰ ਲੁੱਟ ਰਹੇ ਨੇ। ਸਮਾਜ ਕਦੋਂ ਜਾਗੂਗਾ? ਜਦੋਂ ਤੱਕ ਸਮਾਜ ਨਹੀਂ ਜਾਗੂਗਾ ਉਦੋਂ ਤੱਕ ਇਹ ਨੇਤਾ ਨਹੀਂ ਜਾਗਣਗੇ। ਸਾਨੂੰ ਉਹ ਸ਼ਰਾਬ ਦੀ ਬੋਤਲ ਨੂੰ, ਉਹ ਭੁੱਕੀ ਦੀ ਪੁੜੀ ਨੂੰ, ਉਹ ਪੈਸਿਆਂ ਨੂੰ ਮਨਾ ਕਰਨਾ ਪਏਗਾ। ਇੱਕ ਵਾਰ ਮਨਾ ਕਰਕੇ ਦੇਖੋ, ਅਸਲੀ ਲੋਕ ਅੱਗੇ ਆਉਣ ਨੂੰ ਤਿਆਰ ਬੈਠੇ ਨੇ। ਇਹ ਟਾਈਮ ਹੈ। ਸੰਯੁਕਤ ਕਿਸਾਨ ਮੋਰਚੇ ਨੇ ਜੇ 600 ਤੋਂ 700 ਸ਼ਹਾਦਤਾਂ ਦੇ ਕੇ ਐਡੀ ਵੱਡੀ ਲੜਾਈ ਜਿੱਤੀ ਹੈ ਤਾਂ ਉਹ ਜਿੱਤ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਸੁਖਵਿੰਦਰ ਜੀ, ਸ਼ੁਕਰੀਆ ਸਮਦ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਕੀਤਾ। ਮੌਜੂਦ ਸਨ ਕਿ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ। ਮੌਜੂਦਾ ਪੰਜਾਬ ਦੇ ਸਿਆਸੀ ਹਾਲਾਤਾਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।